अव्वल हमद खुदाए दा विरद कीजिए। अव्वल हमद खुदाए दा विरद कीजिए। इश्क कीता सु जग दा मूल मियाँ। पहले आप है रब ने इश्क कीता, माशूक है नबी रसूल मियाँ। पंजाब दी गल अज असी जिस ते करन जा रहे हैं वो महाराजे ने पंजाब दे दो। पंजाब विच राज दी गल जदों होएगी ते सानू 5000 साल तो टुरिया आंदा राज वेखना पेगा जिहड़ा पंजाब दे लोकां ने आप बनाया। हड़प्पा दे विच मौजूद जिहड़ी बस्ती सी, जिहड़ा शहर सी, जिहड़ी एक सल्तनत सी, उहनूं तुसीं कुछ भी कह लो, ਉਹਦੇ ਵਿੱਚ मौजूद जिहड़ा राज है ਉਹਨੂੰ ਅੱਜ तक समझिया नहीं जा सकिया, क्योंकि समझण वाली अख जिहड़ी है ਉਹ ਰਾਜਾ ਨੂੰ ਮਹੱਲਾਂ ਦੇ ਵਿੱਚੋਂ ਦੀ ਵੇਖਦੀ ਹੈ ਜਾਂ ਕਿਸੇ ਦਾ ਸਿਰ ਲਾਂਦਿਆਂ ਵੇਖਦੀ ਹੈ ਜਾਂ ਲੋਕਾਂ ਤੋਂ ਉੱਚਾ ਘਰ ਬਣਾਉਂਦਿਆਂ ਵੇਖਦੀ ਹੈ। और मुड़ के वो राजे जिहड़े ने वो अपनी नस्ल नूं बाकी लोकां ते मुसलत करदे ये कहण कि साडा खून तुहाडे खून तो पाक है। सो पंजाब विच महाराजियां दी रीत नूं जदों असीं अज वेखण जा रहे हां ते मैनूं अज जिहड़ा इत्थे मेरे वास्ते मेरे जुम्मे लगा ते अज असीं दो महाराजे पंजाब दे वेखांगे। एक महाराजा रणजीत सिंह ते दूजा राजा ओदा पुत्र महाराजा दलीप सिंह, जिन्हों असी बड़ा घट जानते हैं। अज दी गल दा जिहड़ा मोढे असी महाराजा रणजीत सिंह तो बन्नांगे। मैं डॉक्टर खोला चीमा होरां नूं इह सवाल करांगा कि महाराजा रणजीत सिंह बारे तुसीं सानूं दसो कि इंडिया दे विच 600-700 दे करीब जिहड़ियां राजियां दीयां रियासतां ने वो सारे राजे ਤੇ ਪੰਜਾਬ ਵਿੱਚ ਇੱਕ ਮਹਾਰਾਜਾ ਕਿੱਦਾਂ ਸੀ? ਬਹੁਤ ਧੰਨਵਾਦ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂ ਦੀ ਫੈਸਲਾਬਾਦ ਲਿਟਰੇਰੀ ਫੈਸਟੀਵਲ ਵਾਲਿਆਂ ਦਾ, ਇੰਟਰਲੂਪ ਦਾ ਤੇ ਲਾਇਲਪੁਰ ਲਿਟਰੇਰੀ ਕੌਂਸਲ ਦਾ, ਜਿਨ੍ਹਾਂ ਨੇ ਏਡਾ ਸੋਹਣਾ ਇੱਥੇ ਫੈਸਟੀਵਲ ਸਜਾਇਆ ਹੈ ਤੇ ਪਿਛਲੇ 10 ਵਰ੍ਹਿਆਂ ਨੂੰ ਸਜਾ ਰਹੇ ਨੇ। ਤੇ ਮਹਾਰਾਜਾ ਦੇ ਬਾਰੇ ਚ ਗੱਲ ਕਰਨ ਤੋਂ ਪਹਿਲੇ ਸਾਨੂੰ ਇਹ ਗੱਲ ਸਮਝਣੀ ਪਏਗੀ ਕਿ 18ਵੀਂ ਸਦੀ ਦਾ ਪੰਜਾਬ ਕੀ ਸੀ। 18ਵੀਂ ਸਦੀ ਦਾ ਪੰਜਾਬ ਉਹ ਪੰਜਾਬ ਸੀ ਜਿੱਥੇ ਉਥਲ ਫੁੱਥਲ ਜਾਰੀ ਸੀ। ਇਸ ਪੰਜਾਬ ਦੇ ਵਿੱਚ 12 ਮਿਸਲਾਂ ਸਨ। ਇਸ ਪੰਜਾਬ ਦੇ ਉੱਤੇ ਅਫਗਾਨੀ ਹਮਲਾਵਰ ਲਗਾਤਾਰ ਹਮਲੇ ਕਰਦੇ ਹੋਏ ਆ ਰਹੇ ਸਨ। ਤੇ ਜਦੋਂ ਤੁਸੀਂ ਉਸ ਪੰਜਾਬ ਨੂੰ ਜ਼ਿਹਨ 'ਚ ਰੱਖਦੇ ਹੋ ਕਿ ਇੱਕ ਪਾਸੇ ਦਿੱਲੀ ਹੈ ਤੇ ਦੂਸਰੇ ਪਾਸੇ ਅਫਗਾਨੀ ਹਮਲਾਵਰ ਨੇ, ਇਹ ਉਹ ਦਿੱਲੀ ਹੈ ਜਾਂ ਉਹ ਬੰਗਾਲ ਤੋਂ ਸਾਊਥ ਤੋਂ ਆਉਣ ਵਾਲੇ ਈਸਟ ਇੰਡੀਆ ਕੰਪਨੀ ਜਿਹੜੀ ਉਸ ਟਾਈਮ ਪੂਰੇ ਸਬ ਕੰਟੀਨੈਂਟ ਦੇ ਉੱਤੇ ਆਪਣਾ ਕਬਜ਼ਾ ਜਮਾ ਰਹੀ ਸੀ। ਜਦੋਂ ਅਸੀਂ ਇਹਨੂੰ ਵੇਖਦੇ ਹਾਂ ਤੇ ਸਾਨੂੰ ਸਮਝ ਆਉਂਦੀ ਹੈ ਕਿ ਇਹ ਪੰਜਾਬ ਖਿਲ ਰਿਹਾ ਹੋਇਆ ਪੰਜਾਬ ਸੀ। ਇਸ ਪੰਜਾਬ ਨੂੰ ਸਮੇਟਣ ਵਾਸਤੇ ਗੁਜਰਾਂਵਾਲੇ ਦੇ ਏਮਨਾਬਾਦ ਤੋਂ ਜਿਹੜੀ 12 ਮਿਸਲਾਂ ਚੋਂ ਸਭ ਤੋਂ ਛੋਟੀ ਮਿਸਲ ਸੀ ਉਹਦੇ ਵਿੱਚੋਂ ਇੱਕ ਮੁੰਡਾ ਉੱਠਿਆ। ਉਸ ਮੁੰਡੇ ਦਾ ਨਾਂ ਰਣਜੀਤ ਸੀ। ਉਹਦੇ ਪਿਓ ਨੇ ਉਹਦਾ ਨਾਂ ਰਣਜੀਤ ਇਸ ਤੋਂ ਰੱਖਿਆ ਕਿ ਜਿਸ ਦਿਨ ਉਹ ਪੈਦਾ ਹੋਇਆ ਸੀ ਉਸ ਦਿਨ ਉਹਦਾ ਪਿਓ ਇੱਕ ਜੰਗ ਜਿੱਤਿਆ ਸੀ, ਜਿਹੜੀ ਕਿ ਉਹਨਾਂ ਦੀ ਮਿਸਲ ਦੀ ਬਕਾ ਵਾਸਤੇ ਬੜੀ ਜ਼ਰੂਰੀ ਜੰਗ ਸੀ। 10 ਸਾਲ ਦਾ ਰਣਜੀਤ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਲੜਦਾ ਹੈ ਤੇ ਉਹਨੂੰ ਜਿੱਤਦਾ ਹੈ। 17 ਸਾਲ ਦਾ ਰਣਜੀਤ ਸ਼ਾਹ ਜ਼ਮਾਨ, ਜਿਹੜਾ ਅਫਗਾਨਿਸਤਾਨ ਦਾ ਉਸ ਟਾਈਮ ਦਾ ਹੁਕਮਰਾਨ ਸੀ ਤੇ ਦਿੱਲੀ ਦੇ ਲੋਕਾਂ ਵਾਸਤੇ ਇੱਕ ਖਤਰਾ ਬਣਿਆ ਹੋਇਆ ਸੀ, ਉਹਦੇ ਨਾਲ 2 ਜੰਗਾਂ ਲੜਦਾ। ਪਹਿਲੀ ਜੰਗ 17 ਸਾਲ ਦੀ ਉਮਰ ਵਿੱਚ ਉਸ ਸ਼ਾਹ ਜ਼ਮਾਨ ਨੂੰ ਸ਼ਿਕਸਤ ਦਿੰਦਾ ਹੈ। ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਇਸ ਤੋਂ ਵੀ ਕਹਿਲਾਇਆ ਕਿ ਉਹ ਪਹਿਲਾ ਰਾਜਾ ਸੀ ਜਿਸ ਨੇ ਅਫਗਾਨਿਸਤਾਨ ਦੇ ਦਰਵਾਜ਼ੇ ਜਿਹੜੇ ਸਨ ਉਹ ਬੰਦ ਕਰ ਦਿੱਤੇ ਸਨ। ਪੰਜਾਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਫਗਾਨੀਆਂ ਵਾਸਤੇ, ਸਬ ਕੰਟੀਨੈਂਟ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਬਾਹਰ ਵਾਲੇ ਇਨਵੇਡਰਸ ਵਾਸਤੇ। ਉਹਨੇ ਇੱਕ ਪਾਸੇ ਤੇ ਅੰਗਰੇਜ਼ਾਂ ਨੂੰ ਡੱਕਿਆ ਹੋਇਆ ਸੀ ਸਤਲੁਜ ਦੀ ਸਰਹੱਦ ਦੇ ਉੱਤੇ। 1809 ਦੇ ਵਿੱਚ ਈਸਟ ਇੰਡੀਆ ਕੰਪਨੀ ਉਹਦੇ ਨਾਲ ਮਾਹਦਾ ਕਰਨ ਤੇ ਮਜਬੂਰ ਹੋ ਗਈ ਸੀ ਕਿਉਂਕਿ ਉਹ ਸਤਲੁਜ ਤੋਂ ਅੱਗੇ ਨਹੀਂ ਸਨ ਆ ਸਕਦੇ। ਮਹਾਰਾਜਾ ਰਣਜੀਤ ਸਿੰਘ ਉਹਨਾਂ ਵਾਸਤੇ ਇੱਕ ਐਡਾ ਵੱਡਾ ਖਤਰਾ ਜਿਹੜਾ ਹੈ ਉਹ ਬਣ ਚੁੱਕਿਆ ਸੀ। ਇੱਕ ਪਾਸੇ ਉਹਨੇ ਅੰਗਰੇਜ਼ਾਂ ਨੂੰ ਡੱਕਿਆ ਹੋਇਆ ਸੀ, ਦੂਜੇ ਪਾਸੇ ਉਹਨੇ ਅਫਗਾਨੀਆਂ ਨੂੰ ਡੱਕਿਆ ਹੋਇਆ ਸੀ।
ਰਣਜੀਤ ਸਿੰਘ ਉਹ ਵਾਹਦ ਮਹਾਰਾਜਾ ਸੀ ਸਬ ਕੰਟੀਨੈਂਟ ਦੇ ਵਿੱਚ ਉਸ ਵੇਲੇ, ਜਿਹੜਾ ਕਿ ਇਹਨਾਂ ਦੋ ਵੱਡੀਆਂ ਤਾਕਤਾਂ ਨੂੰ ਡੱਕ ਕੇ ਖਲੋਤਾ ਹੋਇਆ ਸੀ, ਤੇ ਇਹ ਕੰਮ ਉਹਨੇ ਆਪਣੇ ਮਰਨ ਤੱਕ ਰੱਖਿਆ। 1849 ਤੱਕ ਅੰਗਰੇਜ਼ ਪੰਜਾਬ ਦੇ ਵਿੱਚ ਪੈਰ ਨਿਸ਼ਾਨ ਪਾ ਸਕੇ। ਇਹ ਮਹਾਰਾਜਾ ਰਣਜੀਤ ਸਿੰਘ ਦਾ ਕਮਾਲ ਸੀ। ਉਸ ਤੋਂ ਬਾਅਦ ਅਸੀਂ ਜੇ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਨੂੰ ਵੇਖੀਏ ਤੇ ਉਹਨੇ ਇੱਥੇ ਮਾਡਰਨ ਪੰਜਾਬੀ ਸਟੇਟ ਦੀ ਬੁਨਿਆਦ ਰੱਖੀ। ਜਦੋਂ ਅਸੀਂ ਅੱਜ ਮਾਡਰਨ ਰਿਆਸਤਾਂ ਦੀ ਗੱਲ ਕਰਨੇ ਆ ਤੇ ਮਾਡਰਨ ਪੰਜਾਬੀ ਸਟੇਟ ਦੀ ਬੁਨਿਆਦ ਜਿਹੜੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਤਰ੍ਹਾਂ ਰੱਖੀ, ਤੁਸੀਂ ਲੈਟਨਰ ਦੀ ਕਿਤਾਬ ਪੜ੍ਹੋ ਤੇ ਤੁਹਾਨੂੰ ਪਤਾ ਲੱਗੇਗਾ। ਪੰਜਾਬ ਦੇ ਵੇਲੇ ਉਸ ਟਾਈਮ ਲਿਟਰੇਸੀ ਰੇਟ 85% ਸੀ। ਪੰਜਾਬ 85% ਲਿਟਰੇਸੀ ਰੇਟ ਦੇ ਨਾਲ ਉਸ ਟਾਈਮ ਖਲੋਤਾ ਹੋਇਆ ਸੀ ਜਦੋਂ ਅੰਗਰੇਜ਼ਾਂ ਨੇ ਇਹਦੇ ਤੇ ਕਬਜ਼ਾ ਕੀਤਾ। ਉਸ ਤੋਂ ਬਾਅਦ ਇਹ ਇੱਕ ਲੰਮੀ ਕਹਾਣੀ ਹੈ ਕਿ ਕਿਸ ਤਰ੍ਹਾਂ ਪੰਜਾਬੀ ਦੇ ਕੈਦੇ ਜਮ੍ਹਾਂ ਕਰਕੇ ਦੋ ਆਨੇ ਦੇ ਬਦਲੇ ਖਰੀਦੇ ਗਏ ਤੇ ਫਿਰ ਉਹਨਾਂ ਸਾਰਿਆਂ ਨੂੰ ਸਾੜ ਕੇ ਪੰਜਾਬ ਨੂੰ ਜਿਹੜਾ ਵੇ ਉਹ ਡਿਕਲੇਅਰ ਕੀਤਾ ਗਿਆ ਕਿ ਇਹ ਤੇ ਜਾਹਲ ਪੰਜਾਬ ਹੈ। ਉਹ ਇੱਕ ਲੰਮੀ ਕਹਾਣੀ ਹੈ ਜਿਹੜੀ ਕਲੋਨੀਅਲ ਟਾਈਮਸ ਦੇ ਵਿੱਚ ਸਾਨੂੰ ਲੱਭਦੀ ਹੈ। ਇਸ ਤੋਂ ਇਲਾਵਾ ਤੁਸੀਂ ਵੇਖੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਮਾਡਰਨ ਸਟਰਕਚਰ ਦੇ ਨਾਲ ਡਿਵੈਲਪ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਉਸ ਟਾਈਮ ਨੈਪੋਲੀਅਨ ਦੀਆਂ ਫੌਜਾਂ ਤੋਂ ਆਏ ਹੋਏ ਜਰਨੈਲ ਜਿਹੜੇ ਸਨ ਉਹ ਕੰਮ ਕਰ ਰਹੇ ਸਨ। ਇਟਾਲੀਅਨ ਫ੍ਰੈਂਚ ਜਰਨੈਲ ਇੱਥੇ ਕੰਮ ਕਰ ਰਹੇ ਸਨ। ਉਸ ਦੇ ਨਾਲ ਉਹਨੇ ਤਨਖਾਹਦਾਰ ਫੌਜ ਸ਼ੁਰੂ ਕੀਤੀ ਜਿਹੜੀ ਕਿ ਮਹਾਨਾ ਤਨਖਾਹ ਦੇ ਉੱਤੇ ਚੱਲਦੀ ਸੀ। ਇਹ ਪਹਿਲੀ ਵਾਰੀ ਹੋਇਆ ਸੀ ਕਿ ਮਹਾਰਾਜਾ ਨੇ ਉਹ ਕੀਤੀ। ਇਸ ਦੇ ਇਲਾਵਾ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਦਾ ਪੰਜਾਬ ਕਿੱਥੋਂ ਲੈ ਕੇ ਕਿੱਥੇ ਤੱਕ ਫੈਲਿਆ ਹੋਇਆ ਵੇ। ਸਾਨੂੰ ਨਜ਼ਰ ਆਉਂਦਾ ਹੈ ਗਿਲਗਿਤ ਬਲਤਿਸਤਾਨ ਕਸ਼ਮੀਰ ਤੋਂ ਲੈ ਕੇ ਤਖਤ ਮੁਲਤਾਨ ਮਿਠਨਕੋਟ ਤੱਕ ਮਹਾਰਾਜਾ ਦਾ ਪੰਜਾਬ ਹੈ। ਦੂਜੇ ਪਾਸੇ ਉਸ ਪੰਜਾਬ ਦੀਆਂ ਸਰਹੱਦਾਂ ਸਤਲੁਜ ਤੋਂ ਟੁਰਦੀਆਂ ਨੇ ਤੇ ਕਾਬਲ ਤੱਕ ਜਿਹੜਾ ਉਹ ਜਾਂਦੀਆਂ ਨੇ। ਇਸ ਪੰਜਾਬ ਦੇ ਵਿੱਚ ਕਿੰਨੇ ਇਨੋਵੇਟਿਵ ਚੀਜ਼ਾਂ ਸਨ ਜਿਹੜੀਆਂ ਮਹਾਰਾਜਾ ਨੇ ਸ਼ੁਰੂ ਕੀਤੀਆਂ, ਜਿਨ੍ਹਾਂ ਦੇ ਵਿੱਚ ਡਿਸਪੋਜ਼ੇਬਲ ਤੋਪਾਂ ਦਾ ਹਵਾਲਾ ਅਸੀਂ ਦਿੰਨੇ ਆ ਕਿ ਜਦੋਂ ਤਿੱਬਤ ਦੇ ਵਿੱਚ ਲੜਾਈ ਹੋਣ ਵਾਸਤੇ ਗਿਲਗਿਤ ਬਲਤਿਸਤਾਨ ਵਿੱਚ ਕੱਲਣ ਵਾਸਤੇ ਤੋਪਾਂ ਪਹਾੜਾਂ ਤੇ ਚੜ੍ਹਨੀਆਂ ਔਖੀਆਂ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਡਿਸਪੋਜ਼ੇਬਲ ਤੋਪਾਂ ਬਣਵਾਈਆਂ ਜਿਹੜੀਆਂ ਭਾਰ ਵਿੱਚ ਹੋਲੀਆਂ ਸਨ ਤੇ ਪਹਾੜਾਂ ਤੇ ਲੈ ਜਾਈਆਂ ਜਾ ਸਕਦੀਆਂ ਸਨ। ਇਸਤੇਮਾਲ ਤੋਂ ਬਾਅਦ ਤੁਸੀਂ ਉਹਨਾਂ ਨੂੰ ਉੱਥੇ ਹੀ ਡਿਸਪੋਜ਼ ਆਫ ਕਰਕੇ ਵਾਪਸ ਆ ਸਕਦੇ ਹੋ। ਮਾਡਰਨ ਸਟੇਟ ਦੀ ਗੱਲ ਕਰਦਿਆਂ ਹੋਇਆਂ ਮੈਂ ਇੱਥੇ ਇਹ ਜ਼ਿਕਰ ਕਰਨਾ ਨਹੀਂ ਭੁੱਲਾਂਗੀ ਕਿ ਮਹਾਰਾਜਾ ਰਣਜੀਤ ਸਿੰਘ ਪਹਿਲਾ ਬੰਦਾ ਸੀ ਜਿਹਨੇ ਟੈਕਸਲਾ ਦੇ ਵਿੱਚ ਖੁਦਾਈ ਸ਼ੁਰੂ ਕਰਵਾਈ ਸੀ। ਅਸੀਂ ਅੱਜ ਗੱਲ ਕਰਨੇ ਆ ਅੰਗਰੇਜ਼ ਆਏ ਤੇ ਉਹਨਾਂ ਨੇ ਆ ਕੇ ਹੜੱਪਾ ਦੇ ਵਿੱਚ ਖੁਦਾਈ ਸ਼ੁਰੂ ਕਰਵਾਈ ਤੇ ਸਾਨੂੰ ਦੱਸਿਆ ਕਿ ਅਸੀਂ ਕਿੰਨੇ ਸਿਵਲਾਈਜ਼ ਸਾਂ। ਉਸ ਤੋਂ ਪਹਿਲੇ ਮਹਾਰਾਜਾ ਨੇ ਟੈਕਸਲਾ ਦੇ ਵਿੱਚ ਖੁਦਾਈ ਸ਼ੁਰੂ ਕਰਵਾਈ ਸੀ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮਹਾਰਾਜਾ ਦੇ ਦੌਰ ਦੇ ਵਿੱਚ ਤੁਸੀਂ ਸਕੂਲਾਂ ਦੇ ਨਿਜ਼ਾਮ ਨੂੰ ਵੇਖ ਲਓ। ਮਹਾਰਾਜਾ ਦੇ ਪੰਜਾਬ ਦੇ ਵਿੱਚ 4000 ਸਕੂਲ ਜਿਹੜੇ ਸਨ ਉਹ ਕੰਮ ਕਰ ਰਹੇ ਸਨ, ਜਿਹਦੇ ਵਿੱਚ ਜਿਹੜਾ ਵੇ ਉਹ 1300 ਤੋਂ ਵੱਧ ਸਕੂਲ ਲੋਰ ਸ਼ਹਿਰ ਦੇ ਵਿੱਚ ਜਿਹੜੇ ਸਾਨੂੰ ਕੰਮ ਕਰ ਰਹੇ ਸਨ, ਜਿੱਥੇ ਬੀਬੀਆਂ ਬੱਚਿਆਂ ਦੋਵਾਂ ਦੀ ਪੜ੍ਹਾਈ ਦੇ ਵਾਸਤੇ ਕੰਮ ਹੁੰਦਾ ਸੀ। ਨਾ ਸਿਰਫ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਬਲਕਿ ਵੱਡਿਆਂ ਵਾਸਤੇ ਵੀ ਸਕੂਲ ਜਿਹੜੇ ਸਨ ਉਹ ਬਣਾਏ ਗਏ ਸਨ। ਸੋ ਮੈਂ ਇਸ ਤੋਂ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਨੀ ਆ ਕਿ ਉਹ ਵਾਹਦ ਪੰਜਾਬ ਦਾ ਜਿਹੜਾ ਰਾਜਾ ਸੀ, ਜਿਹੜਾ ਮਹਾਰਾਜਾ ਕਹਿਲਾਇਆ, ਕਿਉਂਕਿ ਉਹਨੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇੰਟਰੋਡਿਊਸ ਕਰਵਾਈਆਂ। ਜੀ ਡਾਕਟਰ ਖੋਲਾ ਸਾਹਿਬ, ਅਸੀਂ ਇਹ ਵੀ ਇੱਕ ਗੱਲ ਬੜੀ ਸੁਣੀ ਕਿ ਜਦੋਂ ਨੇ ਉਹਨੇ ਆਖਿਆ ਕਿ ਮੈਂ ਇਸ ਤਖਤ ਤੇ ਨਹੀਂ ਬਾਂਦੀ। ਇਹਨੂੰ ਫਿਰ ਅਸੀਂ ਹੜੱਪਾ ਦੇ ਨਾਲ ਜੋੜ ਸਕਨੇ ਆ ਜਾਂ ਪੰਜਾਬ ਦੀ ਰਹਿਤਲ ਦੇ ਨਾਲ ਜੋੜ ਸਕਨੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਰਹਿਤਲੀ ਤਰੀਕਾ ਸੀ। ਤੁਸੀਂ ਵੇਖੋ ਜਿਹੜੀਆਂ ਸਾਡੀਆਂ ਪਿੰਡਾਂ ਥਾਵਾਂ ਤੇ ਜੇ ਅਸੀਂ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕਰੀਏ ਤੇ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਜਾਂ ਜਿਹੜੇ ਫੈਸਲੇ ਕਰਨ ਵਾਸਤੇ ਉੱਥੇ ਕਮਿਊਨਿਟੀ ਇੰਗੇਜਮੈਂਟ ਕਿਸ ਤਰ੍ਹਾਂ ਹੁੰਦੀ ਵੇ, ਤੇ ਮਹਾਰਾਜਾ ਨੇ ਜਿਹੜਾ ਆਪਣਾ ਦਰਬਾਰ ਬਣਾਇਆ ਉਹਦੇ ਵਿੱਚ ਉਹਨੇ ਕਮਿਊਨਿਟੀ ਨੂੰ ਇੰਗੇਜ ਕੀਤਾ। ਸਾਨੂੰ ਮਹਾਰਾਜਾ ਦੇ ਦਰਬਾਰ ਦੇ ਵਿੱਚ ਇਹ ਨਜ਼ਰ ਆਏਗਾ ਕਿ ਉਹਦੇ ਦਰਬਾਰ ਦੇ ਬਾਹਰ ਦਰਬਾਨ ਨਹੀਂ ਖਲੋਤੇ ਹੁੰਦੇ ਸਨ ਕਿ ਕੋਈ ਆਮ ਬੰਦਾ ਉਹਦੇ ਤੱਕ ਪਹੁੰਚ ਨਾ ਸਕੇ। ਉਸ ਦਰਬਾਰ ਤੱਕ ਹਰ ਕਿਸੇ ਦੀ ਰੀਚ ਸੀ। ਉਹ ਲੋਰ ਸ਼ਹਿਰ ਦੇ ਵਿੱਚ ਜਦੋਂ ਨਿਕਲਦਾ ਸੀ ਤੇ ਲੋਕ ਜਿਹੜੇ ਸਨ ਉਹ ਮਹਾਰਾਜਾ ਦੇ ਨਾਲ ਬਹੁਤ ਆਸਾਨੀ ਨਾਲ ਕਮਿਊਨੀਕੇਟ ਕਰ ਸਕਦੇ ਸਨ, ਉਹਨੂੰ ਰੋਕ ਕੇ ਉਹਦੇ ਨਾਲ ਗੱਲ ਕਰ ਲੈਂਦੇ ਸਨ। ਫਿਰ ਜਦੋਂ ਉਹ ਲਾਹੌਰ ਤੇ ਕਬਜ਼ਾ ਕਰਨ ਵਾਸਤੇ ਆਇਆ ਜਾਂ ਲਾਹੌਰ ਫਤਿਹ ਕਰਨ ਵਾਸਤੇ ਆਇਆ ਤੇ ਉਸ ਟਾਈਮ ਲਾਹੌਰ ਦੇ ਲੋਕਾਂ ਨੇ ਆਪੀ ਦਰਵਾਜ਼ੇ ਖੋਲੇ ਸਨ ਮਹਾਰਾਜਾ ਵਾਸਤੇ। ਉਹ ਉੱਥੇ ਦੇ ਪਹਿਲੇ ਜਿਹੜੇ ਸਰਦਾਰ ਜਿਹੜੇ ਉਹ ਹਕੂਮਤ ਕਰ ਰਹੇ ਸਨ ਲਾਹੌਰ ਦੇ ਵਿੱਚ, ਉਹਨਾਂ ਦੀ ਲੁੱਟ ਖਸੁੱਟ ਤੋਂ ਇੰਨੇ ਤੰਗ ਸਨ ਕਿ ਉਹਨਾਂ ਨੇ ਮਹਾਰਾਜਾ ਦੀਆਂ ਫੌਜਾਂ ਵਾਸਤੇ ਆਪੀ ਦਰਵਾਜ਼ੇ ਖੋਲੇ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਸ਼ਹਿਰ ਦੇ ਵਿੱਚ ਦਾਖਲ ਹੋਣ ਤੋਂ ਲੈ ਕੇ ਕਿਲੇ ਜਾਣ ਤੱਕ ਉਹਨਾਂ ਨੇ ਸ਼ਹਿਰ ਦਾ ਇੱਕ ਪੱਤਾ ਵੀ ਨਹੀਂ ਸੀ ਹਿਲਾਇਆ। ਕਿਸੇ ਮਾਰ ਤਾੜ ਲੁੱਟ ਮਾਰ ਤੋਂ ਬਗੈਰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ। ਉਹਦੀਆਂ
ਉਹਦੀਆਂ ਫੌਜਾਂ ਕਿਲੇ ਆਪਣੀਆਂ ਤੇ ਕਿਲੇ ਜਾ ਕੇ ਉਹਨਾਂ ਨੇ ਫੌਜਾਂ ਨੂੰ ਹੁਕਮ ਸੀ ਕਿ ਕਿਲੇ ਆ ਕੇ ਲੰਗਰ ਛਕਣਾ ਹੈ, ਰਾਹ ਵਿੱਚ ਕਿਸੇ ਕੋਲ ਤੁਸੀਂ ਕੁਝ ਲੈ ਕੇ ਨਹੀਂ ਖਾਣਾ, ਕੋਈ ਲੁੱਟ ਮਾਰ ਨਹੀਂ ਕਰਨੀ। ਤੇ ਉਹਨਾਂ ਨੇ ਕਿਲੇ ਦੇ ਵਿੱਚ ਜਾ ਕੇ ਜਿਹੜਾ ਵੇ ਉਹ ਲੰਗਰ ਛਕਿਆ। ਮਹਾਰਾਜਾ ਦਾ ਦਰਬਾਰ ਜੇ ਤੁਸੀਂ ਵੇਖੋ ਤੇ ਜਿਸ ਤਰ੍ਹਾਂ ਲੱਗਦਾ ਸੀ ਮਹਾਰਾਜਾ ਇੱਕ ਕੁਰਸੀ ਉੱਤੇ ਬੈੰਦਾ ਸੀ, ਇੱਕ ਲੱਤ ਉੱਤੇ ਰੱਖ ਕੇ। ਉਹ ਤਖਤ ਤੇ ਨਹੀਂ ਸੀ ਬੈੰਦਾ, ਕੁਰਸੀ ਤੇ ਬੈੰਦਾ ਸੀ, ਜਿਹਨੂੰ ਹੁਣ 골ਡਨ ਥਰੋਨ ਕਹਿੰਦੇ ਆ ਅਸੀਂ, ਉਹਦਾ ਨਾਂ 골ਡਨ ਥਰੋਨ ਰੱਖਿਆ ਗਿਆ। ਇੱਕ ਲੱਤ ਉੱਤੇ ਕਰਕੇ ਚੌਕੜੀ ਮਾਰਨ ਦੇ ਸਟਾਈਲ ਵਿੱਚ ਬਹਿ ਜਾਂਦਾ ਸੀ ਤੇ ਲੋਕ ਜਿਹੜੇ ਸਨ ਉਹਦੇ ਆਲੇ ਦੁਆਲੇ ਇਕੱਠੇ ਹੁੰਦੇ ਸਨ। ਕੋਈ ਫਾਸਲਾ ਨਹੀਂ ਸੀ ਹੈ ਕਿ ਜੀ ਇਹ ਮਹਾਰਾਜਾ ਵੇ ਬਾਦਸ਼ਾਹ ਵੇ ਇਹਦੇ ਤੋਂ ਦੂਰ ਹੋ ਕੇ ਖਲੋਵੋ, ਜਾਂ ਪਹਿਲਾਂ ਇਹ ਵਾਲਾ ਮਸ਼ੀਰ ਖਲੋਤਾ ਹੋਏਗਾ ਫਿਰ ਉਹ। ਮਹਾਰਾਜਾ ਦੇ ਤੁਸੀਂ ਕੱਪੜੇ ਵੇਖੋ ਤੇ ਇੱਕ ਸਾਦਾ ਚੋਗਾ ਪਾਉਂਦਾ ਸੀ ਬਗੈਰ ਕਿਸੇ ਜਿਊਲਰੀ ਤੋਂ, ਇੱਕ ਸਾਦਾ ਲਿਬਾਸ ਦੇ ਵਿੱਚ ਹੁੰਦਾ ਸੀ, ਤਾਂ ਕਿ ਉਹ ਕੋਈ ਇੱਕ ਜ਼ਿੱਲੇ ਇਲਾਹੀ ਟਾਈਪ ਦੀ ਚੀਜ਼ ਨਾ ਲੱਗੇ ਕਿ ਲੋਕ ਉਹਦੇ ਤੱਕ ਪਹੁੰਚ ਨਾ ਸਕਣ। ਸੋ ਮਹਾਰਾਜਾ ਦਾ ਦਰਬਾਰ ਮੁਨੱਕਦ ਕਰਨ ਦਾ ਸਟਾਈਲ ਵੀ ਬਹੁਤ ਜਿਹੜਾ ਸੀ ਨਾ ਉਹ ਰੈਤਲੀ ਸਟਾਈਲ ਸੀ। ਯਾਨੀ ਦੀਵਾਨੇ ਆਮ ਵਿੱਚ ਹੀ। ਹਾਂਜੀ, ਦੀਵਾਨੇ ਆਮ ਦੇ ਵਿੱਚ ਇਹ ਬਹੁਤ ਖਾਸ ਗੱਲ ਹੈ ਕਿ ਉਹ ਦੀਵਾਨੇ ਆਮ ਦੇ ਵਿੱਚ ਆਪਣਾ ਦਰਬਾਰ ਲਾਉਂਦਾ ਸੀ। ਉਹਨੇ ਕਦੀ ਵੀ ਦੀਵਾਨੇ ਖਾਸ ਦੇ ਵਿੱਚ ਆਪਣਾ ਦਰਬਾਰ ਨਹੀਂ ਸੀ ਲਾਇਆ। ਇਸ ਤੋਂ ਪਹਿਲੇ ਲਾਹੌਰ ਕਿਲੇ ਦੇ ਵਿੱਚ ਹਮੇਸ਼ਾ ਤੋਂ ਇਹ ਰੀਤ ਰਹੀ ਸੀ ਕਿ ਬਾਦਸ਼ਾਹ ਜਾਂ ਰਾਜੇ ਜਿਹੜੇ ਸਨ ਉਹ ਆਪਣਾ ਦਰਬਾਰ ਦੀਵਾਨੇ ਖਾਸ ਦੇ ਵਿੱਚ ਲਾਉਂਦੇ ਸਨ, ਲੇਕਿਨ ਮਹਾਰਾਜਾ ਨੇ ਉਸ ਰੀਤ ਨੂੰ ਵੀ ਬਦਲ ਦਿੱਤਾ ਤੇ ਉਹਨੇ ਦੀਵਾਨੇ ਆਮ ਦੇ ਵਿੱਚ ਆਪਣਾ ਦਰਬਾਰ ਲਾਇਆ। ਇਸ ਦੇ ਨਾਲ ਨਾਲ ਮਹਾਰਾਜਾ ਜਿਹੜਾ ਸੀ ਉਹਨੇ ਕਮਿਊਨਿਟੀ, ਮਤਲਬ ਤੁਸੀਂ ਉਹਦੇ ਦਰਬਾਰ ਦੀ ਰੰਗਾਰੰਗੀ ਨੂੰ ਜੇ ਵੇਖਣਾ ਚਾਹੋ ਤੇ ਤੁਸੀਂ ਵੇਖ ਸਕਦੇ ਹੋ ਕਿ ਉਹਦੇ ਦਰਬਾਰ ਦੇ ਵਿੱਚ ਹਰ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਮੌਜੂਦ ਹੈ। ਜੇ ਉੱਥੇ ਤੁਹਾਨੂੰ ਸੈਯਦ ਫਕੀਰ ਅਜ਼ੀਜ਼ੁਦੀਨ ਲੱਭਦਾ ਵੇ ਤੇ ਤੁਹਾਨੂੰ ਉੱਥੇ ਦੀਨਾਨਾਥ ਵੀ ਲੱਭੇਗਾ, ਤੁਹਾਨੂੰ ਉੱਥੇ ਹਰੀ ਸਿੰਘ ਨਲਵਾ ਜਾਂ ਗੁਲਾਬ ਸਿੰਘ ਡੋਗਰਾ ਵੀ ਬੈਠਾ ਹੋਇਆ ਲੱਭੇਗਾ। ਤੇ ਇਸ ਤਰ੍ਹਾਂ ਉਹਨੇ ਸਾਰੀਆਂ ਕਮਿਊਨਿਟੀਜ਼ ਨੂੰ ਆਪਣੇ ਦਰਬਾਰ ਦੇ ਵਿੱਚ ਜਗ੍ਹਾ ਦਿੱਤੀ ਹੋਈ ਸੀ। ਬਹੁਤ ਬਹੁਤ ਸ਼ੁਕਰੀਆ। ਅਸੀਂ ਹੁਣ ਆਪਣੇ ਅਗਲੇ ਪ੍ਰਾਹੁਣੇ ਵੱਲ ਵਧਦੇ ਹਾਂ ਔਰ ਮੈਂ ਜਦੋਂ ਗੱਲ ਕਰ ਰਿਹਾ ਸਾਂ ਉਦੋਂ ਮੈਂ ਹੀ ਗੱਲ ਕੀਤੀ ਕਿ ਅੱਜ ਅਸੀਂ ਪੰਜਾਬ ਦੇ ਦੋ ਮਹਾਰਾਜਿਆਂ ਤੇ ਗੱਲ ਕਰਾਂਗੇ। ਇੱਕ ਮਹਾਰਾਜਾ ਜਿਹਨੂੰ ਅਸੀਂ ਸਭ ਜਾਣਦੇ ਹਾਂ ਤੇ ਇੱਕ ਦੂਜਾ ਸਾਡੇ ਪੰਜਾਬ ਦਾ ਜਿਹੜਾ ਨਾ ਉਹ ਗਵਾਚਿਆ ਹੋਇਆ ਰਾਜਾ, ਤੇ ਉਹਦੇ ਉੱਤੇ ਸਾਡੇ ਵੱਲ ਪੰਜਾਬ 'ਚ ਬਹੁਤ ਘੱਟ ਕੰਮ ਹੋਇਆ। ਅਸੀਂ ਬੜੇ ਮਸ਼ਕੂਰ ਹਾਂ ਕਿ ਪੀਟਰ ਬੈਂਸ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਦਲੀਪ ਸਿੰਘ ਤੇ ਕੰਮ ਕੀਤਾ। ਤੇ ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੋਏਗਾ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ, ਕਿਉਂਕਿ ਤੁਸੀਂ ਜੰਮਪਲ ਇੰਗਲੈਂਡ ਦੇ ਹੋ, ਉੱਥੇ ਤੁਸੀਂ ਜੰਮੇ ਪਲੇ, ਤੇ ਤੁਸੀਂ ਦਲੀਪ ਸਿੰਘ ਤੇ ਕੰਮ ਕਰਨ ਦਾ ਕਿਸ ਤਰ੍ਹਾਂ ਸੋਚਿਆ, ਇਹ ਤੁਸੀਂ ਸਾਨੂੰ ਥੋੜਾ ਦੱਸੋ। ਜੀ ਜੀ ਸ਼ੁਕਰੀਆ ਤੁਸੀਂ ਜੀ, ਥੈਂਕ ਯੂ। ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਪਲੇਟਫਾਰਮ ਤੇ ਬੁਲਾਇਆ ਤੇ ਆਪਣੇ ਫੈਸਲਾਬਾਦ ਲਿਟਰੇਰੀ ਫੈਸਟੀਵਲ ਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਕਿ ਮੈਂ ਇੱਥੇ ਐਡਰੈਸ ਕਰਾਂ। ਮੈਨੂੰ ਮਹਾਰਾਜਾ ਦਲੀਪ ਸਿੰਘ ਤੇ ਸ਼ੌਕ ਹੋਇਆ। ਮੈਂ ਜਦੋਂ ਯੂਨੀਵਰਸਿਟੀ 'ਚ ਪੜ੍ਹਦਾ ਸਾਂ, ਅੱਜ ਤੋਂ ਕੋਈ 25 ਸਾਲ ਪਹਿਲੇ, ਸਾਡੀ ਯੂਨੀਵਰਸਿਟੀ ਦੀ ਇੱਕ ਟ੍ਰਿਪ ਜਾ ਰਹੀ ਸੀ ਨੋਰਫੋਕ ਦੇ ਵਿੱਚ, ਜੋ ਇੱਕ ਇਲਾਕਾ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਦਾ ਇੱਕ ਮਹਿਲ ਹੈ ਤੇ ਉਹਨਾਂ ਦੀ ਸਮਾਧੀ ਹੈ। ਤੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਿਹਾ ਕਿ ਅਸੀਂ ਪੋਸਟ ਟ੍ਰਿਪ ਦੇ ਰਾਹੀਂ ਅਸੀਂ ਇੱਕ ਉਹ ਛੋਟੇ ਪਿੰਡ ਤੇ ਰੁਕ ਸਕਦੇ ਹਾਂ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਸਮਾਧੀ ਹੈਗੀ ਹੈ। ਤੇ ਜਦੋਂ ਮੈਂ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਸਮਾਧੀ ਦਾ ਨਾਲ ਉਹਨਾਂ ਦੀ ਬੀਵੀ ਵੀ ਸੀ, ਉਹਨਾਂ ਦੀ ਸਮਾਧੀ ਵੀ ਹੈਗੀ ਤੇ ਉਹਨਾਂ ਦੇ ਬੱਚਿਆਂ ਦੀ ਵੀ ਸਮਾਧੀ ਸੀ, ਜਿਸ ਦੇ ਬਾਰੇ ਮੈਨੂੰ ਕੁਝ ਨੌਲੇਜ ਨਹੀਂ ਸੀ। ਮੈਨੂੰ ਬਚਪਨ ਤੋਂ ਹੀ ਹਿਸਟਰੀ ਦਾ ਕਾਫੀ ਸ਼ੌਂਕ ਸੀ ਤੇ ਸਾਨੂੰ ਦੱਸਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ, ਪਰ ਦਲੀਪ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ। ਈਵਨ ਇੰਗਲੈਂਡ ਦੇ ਵਿੱਚ ਜਿਹੜੇ ਆਪਣੇ ਸਿੱਖਾਂ ਨੂੰ ਵੀ ਜਾਂ ਪੰਜਾਬੀਆਂ ਨੂੰ ਵੀ ਬਹੁਤ ਘੱਟ ਪਤਾ ਸੀ। ਤੇ ਅਚਾਨਕ ਹੀ ਇੱਕ ਬਜ਼ੁਰਗ ਆਈ ਮੇਰੇ ਕੋਲ ਉਸ ਕਬਰਸਤਾਨ ਦੇ ਵਿੱਚ, ਤੇ ਉਹਨੇ ਮੈਨੂੰ ਕਿਹਾ ਕਿ ਨਾਲ ਦੇ ਇੱਕ ਪਿੰਡ ਦੇ ਵਿੱਚ ਇੱਕ ਮਿਊਜ਼ੀਅਮ ਹੈ ਜੋ ਮਹਾਰਾਜਾ ਦਲੀਪ ਸਿੰਘ ਦੇ ਨਾਂ ਦੇ ਵਿੱਚ ਬਣਿਆ। ਤੇ ਅਸੀਂ ਉਸ ਮਿਊਜ਼ੀਅਮ 'ਚ ਗਏ ਤੇ ਪਤਾ ਲੱਗਿਆ ਕਿ ਦਲੀਪ ਸਿੰਘ ਦੇ ਬੇਟੇ ਨੇ ਇੱਕ ਮਿਊਜ਼ੀਅਮ ਉਸ ਵੇਲੇ 1924 ਦੇ ਵਿੱਚ ਬਣਾਇਆ। ਉਹਨੂੰ ਆਪਣੇ ਆਰਟੀਫੈਕਟਸ ਦਿੱਤੇ, ਆਪਣੇ ਫੈਮਲੀਜ਼ ਦੇ ਆਰਟੀਫੈਕਟਸ ਦਿੱਤੇ, ਕੁਝ ਲੋਕਲ ਆਰਟੀਫੈਕਟਸ, ਉਹ ਐਂਟੀਕ ਕਲੈਕਟਰ ਸੀ, ਉਹਨੇ ਐਂਟੀਕਸ ਆਪਣੀ ਕਲੈਕਸ਼ਨ ਵੀ ਦਿੱਤੀ ਤੇ ਉਹ ਮਿਊਜ਼ੀਅਮ ਦਾਨ ਕਰ ਦਿੱਤਾ ਉਹ ਪਿੰਡ ਵਾਲਿਆਂ ਨੂੰ। ਮੈਂ ਕਿਊਰੇਟਰ ਨੂੰ ਉਸ ਵੇਲੇ ਪੁੱਛਿਆ ਕਿ ਦਲੀਪ ਸਿੰਘ ਦੇ ਬੱਚਿਆਂ ਦੇ ਉੱਤੇ ਕੋਈ ਬੁੱਕਸ ਹੈ, ਕੋਈ ਲਿਟਰੇਚਰ ਹੈਗਾ, ਤੇ ਉਹਨਾਂ ਨੇ ਕਿਹਾ ਕੁਝ ਨਹੀਂ ਹੈਗਾ, ਬਿਕਾਜ਼ ਕੰਮ ਜ਼ਿਆਦਾਤਰ ਦਲੀਪ ਸਿੰਘ ਦੇ ਉੱਤੇ ਹੋਇਆ ਪਰ ਉਹਨਾਂ ਦੇ ਬੱਚਿਆਂ ਦੇ ਉੱਤੇ ਕਦੀ ਕਿਸੇ ਨੇ ਕੋਈ ਕੰਮ ਨਹੀਂ ਕੀਤਾ। ਫਿਰ ਮੈਂ ਲੋਕਲ ਪੇਪਰ ਦੇ ਵਿੱਚ ਨਾ ਇੱਕ ਇਸ਼ਤਿਹਾਰ ਪਾਇਆ ਕਿ ਮੈਂ ਲੋਕਲ ਜਿਹੜੇ ਆਸ-ਪਾਸ ਲੋਕ ਰਹਿੰਦੇ ਸਨ ਉਹਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਕੋਈ ਬੰਦਾ ਜਾਨੀ ਦਲੀਪ ਸਿੰਘ ਨੂੰ ਜਾਂ ਦਲੀਪ ਸਿੰਘ ਦੇ ਬੱਚਿਆਂ ਨੂੰ ਜਾਣਦਾ ਸੀ, ਪਲੀਜ਼ ਮੈਨੂੰ ਕੰਟੈਕਟ ਕਰਨ। ਤੇ ਮੈਂ ਕਹਿੰਦਾ 6 ਮਹੀਨੇ ਦੇ ਵਿੱਚ ਨਾ ਮੈਨੂੰ ਕੋਈ 300 ਚਿੱਠੀਆਂ ਆਈਆਂ ਲੋਕਾਂ ਕੋਲ, ਜਿਨ੍ਹਾਂ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰਾ ਦਾਦਾ ਜੀ ਦਲੀਪ ਸਿੰਘ ਵਾਸਤੇ ਨੌਕਰੀ ਕਰਦਾ ਸੀ, ਤਾਂ ਮੈਂ ਖੁਦ ਸੋਫੀਆ ਨੂੰ ਜਾਣਨਾ ਸਾਂ, ਦਾ ਦਲੀਪ ਸਿੰਘ ਦੇ ਬੱਚਿਆਂ ਨੂੰ ਉਹਨਾਂ ਨਾਲ ਪੜ੍ਹਿਆ ਜਾਂ ਉਹਨਾਂ ਦੇ ਨਾਲ ਮੈਂ ਨੌਕਰੀ ਕਰਦੇ ਸਾਂ, ਜੋ ਵੀ ਉਹਨਾਂ ਦੇ ਉਹਦੇ ਰਿਲੇਸ਼ਨ ਸਨ।
ਕਈ ਨੇ ਮੈਨੂੰ ਇਹ ਵੀ ਦੱਸਿਆ ਕਿ ਹੁਣ ਸਾਡੇ ਕੋਲ ਮਹਾਰਾਜਾ ਦਲੀਪ ਸਿੰਘ ਦੀ ਜੈਕਟ ਹੈ, ਸੋਫੀਆ ਦੀ ਸਾਰੀ ਹੈ, ਕੈਥਰੀਨ ਦੀ ਡਾਇਰੀ ਹੈ, ਉਹਨਾਂ ਦੀ ਡਾਕੂਮੈਂਟਸ ਬੁੱਕਸ ਨੇ। ਫਿਰ ਮੈਂ ਪਿੰਡਾਂ 'ਚ ਫਿਰ ਕੇ ਉਸ ਵੇਲੇ ਨਾ ਸਾਰਾ ਕੁਝ ਕਲੈਕਟ ਕੀਤਾ। ਮੈਂ ਲੋਕਾਂ ਨੂੰ ਜਾ ਕੇ ਮਿਲਿਆ, ਉਹਨਾਂ ਦੀ ਇੰਟਰਵਿਊਜ਼ ਲਈਆਂ। ਕਈਆਂ ਨੇ ਤੇ ਮੈਨੂੰ ਉਂਝ ਹੀ ਸਮਾਨ ਦੇ ਦਿੱਤਾ। ਉਹਨੇ ਕਿਹਾ ਕਿ ਇਹ ਤੁਹਾਡੀ ਮਾਨਤ ਹੈ, ਤੁਹਾਡੀ ਹਿਸਟਰੀ ਹੈ, ਸਾਡੇ ਬਾਤ ਇਸ ਚੀਜ਼ ਦੀ ਕਦਰ ਨਹੀਂ ਪੈਣੀ ਤੇ ਬੱਚਿਆਂ ਨੇ ਸੁੱਟ ਦੇਣੀ, ਤੁਸੀਂ ਲੈ ਲਓ। ਤੇ ਕਈਆਂ ਨੇ ਕਹਿਣਾ ਜੇ ਤੁਸੀਂ ਖਰੀਦਣਾ ਸਾਡੇ ਕੋਲ, ਤੁਸੀਂ ਜੋ ਵੀ ਇਹਦਾ ਮੁੱਲ ਦੇ ਦਿਓ ਤੇ ਸਮਾਨ ਲੈ ਜਾਓ। ਤੇ ਹੁਣ ਮੈਨੂੰ ਰਿਸਰਚ ਕਰਦੇ ਵੀ ਹੁਣ 25 ਸਾਲ ਹੋ ਗਏ ਨੇ ਤੇ ਕਲੈਕਟ ਕਰਦੇ ਵੀ, ਤੇ ਕਮ ਸੇ ਕਮ ਮੇਰੇ ਕੋਲ ਹੁਣ 3000 ਆਬਜੈਕਟਸ ਨੇ ਜੋ ਮਹਾਰਾਜਾ ਦਲੀਪ ਸਿੰਘ ਦੀ ਫੈਮਿਲੀ ਚ ਆਏ ਨੇ। ਜੀ ਸਰ, ਅਸੀਂ ਜਦੋਂ ਗੱਲ ਕਰਨੇ ਕਿ ਪੰਜਾਬ ਦੀ ਜਿਹੜੀ 1849 ਦੇ ਵਿੱਚ ਜਦੋਂ ਪੰਜਾਬ ਤੇ ਕਬਜ਼ਾ ਹੁੰਦਾ ਹੈ, ਤੇ ਅਸੀਂ ਇਹ ਸੁਣਿਆ ਕਿ ਪੰਜਾਬ ਦੇ ਉਸ ਕਬਜ਼ੇ ਦੇ ਵਿੱਚ ਜਦੋਂ ਹੈਨਰੀ ਨੇ ਇੱਕ ਡਰਾਮਾ ਰਚਾਇਆ ਕਿ ਪੰਜਾਬ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ 8 ਵਰ੍ਹਿਆਂ ਦਾ ਇੱਕ ਬਾਲ ਜਿਹੜਾ ਹੈ ਉਹਨੂੰ ਤਖਤ ਤੇ ਬਿਠਾਇਆ ਗਿਆ ਔਰ ਇਹ ਨਾਰਾ ਲਵਾਇਆ ਗਿਆ ਕਿ ਮੈਂ ਪੰਜਾਬ ਦਾ ਰਾਜਾ, ਅੱਜ ਇਹ ਰਾਜ ਜਿਹੜਾ ਹੈ ਨਾ ਉਹ ਸਰੈਂਡਰ ਕਰਨਾ ਵਾ ਬ੍ਰਿਟਿਸ਼ ਅੰਪਾਇਰ ਦੇ ਅੱਗੇ। ਔਰ ਉਹ ਬਾਲ ਬੋਲਿਆ ਵੀ ਨਹੀਂ, ਲੇਕਿਨ ਪਿੱਛੋਂ ਨਾਰਾ ਲੱਗਾ। ਮੁੜ ਕੇ ਉਹ ਬਾਲ ਇੰਗਲੈਂਡ ਕਿੱਦਾਂ ਪਹੁੰਚਿਆ ਤੇ ਇੰਗਲੈਂਡ ਉਹਦੇ ਚ ਕੀ ਬੀਤੀ ਉਹਦੇ ਨਾਲ, ਉਹਦੇ ਬਾਰੇ ਅਸੀਂ ਤੁਹਾਡੇ ਕੋਲ ਅੱਜ ਕਹਾਣੀ ਸੁਣਾਂਗੇ। ਹਾਂਜੀ, ਸੋ ਮਹਾਰਾਜਾ ਦਲੀਪ ਸਿੰਘ ਜੋ ਰਣਜੀਤ ਸਿੰਘ ਦੇ 7ਵੇਂ ਪੁੱਤਰ ਸਨ। ਸੋ ਰਣਜੀਤ ਸਿੰਘ ਦੇ 7 ਪੁੱਤਰ ਸਨ ਤੇ ਇਹ ਬਹੁਤ ਘੱਟ ਲੋਕ ਜਾਣਦੇ ਨੇ। ਤੇ ਗੱਲ ਹੈ ਕਿ 7 ਪੁੱਤਰ 7 ਮਾਵਾਂ ਵੱਖਰੀਆਂ ਸਨ। ਸੋ ਹਰ ਮਾਂ ਕਹਿੰਦੀ ਮੇਰਾ ਪੁੱਤ ਰਾਜਾ ਬਣੇ, ਤੇ ਉਹਨਾਂ ਚ ਆਪਸ ਬਣ ਨਹੀਂ ਸੀ। ਸੋ ਉਹਨਾਂ ਦੇ ਰਣਜੀਤ ਸਿੰਘ ਦੇ ਬਾਰੇ ਉਹਦੇ ਵੱਡੇ ਪੁੱਤ ਖੜਕ ਸਿੰਘ ਰਾਜਾ ਬਣੇ, ਉਹਨਾਂ ਦੀ ਡੈਥ ਹੋ ਗਈ। ਉਸ ਦੇ ਪੁੱਤਰ ਨੋਨਿਹਾਲ ਸਿੰਘ ਉਹਨਾਂ ਨੇ ਰਾਜ ਸੰਭਾਲਿਆ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਉਹਨਾਂ ਦੇ ਜੋ ਚਾਚਾ ਜੀ ਆਏ ਮਹਾਰਾਜਾ ਸ਼ੇਰ ਸਿੰਘ, ਜਿਨ੍ਹਾਂ ਨੇ 2 ਸਾਲ ਰਾਜ ਕੀਤਾ, ਤੇ ਉਹਨਾਂ ਦਾ ਵੀ ਕਤਲ ਕੀਤਾ ਗਿਆ। ਫਿਰ ਬਾਅਦ ਚ ਉਹਦਾ ਸਭ ਤੋਂ ਛੋਟਾ ਬੇਟਾ ਸੀ ਜੋ ਸਿਰਫ 5 ਸਾਲ ਦਾ ਸੀ, ਮਹਾਰਾਜਾ ਦਲੀਪ ਸਿੰਘ, ਉਹ ਰਾਜਾ ਬਣਿਆ ਲੋਰ ਦਾ। ਤੇ ਉਹ ਇਸ ਕਰਕੇ ਸੀ ਕਿ ਜੋ ਉਹਨਾਂ ਦਾ ਜੋ ਮਾਮਾ ਜੀ ਸਨ ਜਵਾਹਰ ਸਿੰਘ, ਉਹਨਾਂ ਦੇ ਬਹੁਤ ਕੋਲ ਕੀ ਕਹਿ ਰਹੇ ਬਹੁਤ ਇਨਫਲੂਐਂਸ ਸੀ ਲਾਹੌਰ ਦਰਬਾਰ ਦੇ ਵਿੱਚ, ਤੇ ਉਹ ਖੁਦ ਪ੍ਰਾਈਮ ਮਿਨਿਸਟਰ ਬਣ ਗਏ। ਤੇ ਜੋ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ ਮਹਾਰਾਣੀ ਜਿੰਦਾ, ਉਹ ਰੀਜੈਂਟ ਬਣ ਗਈ। ਸੋ ਬੇਸਿਕਲੀ ਸ਼ੀ ਵਾਸ ਲੁਕਿੰਗ ਆਫਟਰ the kingdom on behalf of ਮਹਾਰਾਜਾ ਦਲੀਪ ਸਿੰਘ। ਤੇ ਜਵਾਹਰ ਸਿੰਘ ਨੇ ਕੀ ਕੀਤਾ, ਜੋ ਦਲੀਪ ਸਿੰਘ ਦਾ ਮਾਮਾ ਸੀ, ਉਹਨੇ ਜੋ ਰਣਜੀਤ ਸਿੰਘ ਦੇ ਦੂਜੇ ਪੁੱਤ ਸਨ ਉਹ ਵੀ ਮਰਵਾ ਦਿੱਤੇ। ਤੇ ਜਦੋਂ ਕਿ ਲਾਹੌਰ ਦੀ ਜਿਹੜੀ ਆਰਮੀ ਸੀ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਜਵਾਹਰ ਸਿੰਘ ਨੂੰ ਸਮਨ ਕੀਤਾ ਲਾਹੌਰ ਦੇ ਕਿਲੇ ਵਿੱਚ, ਤੇ ਉਹਨੂੰ ਐਕਸੀਕਿਊਟ ਕੀਤਾ ਕਿ ਤੂੰ ਰਣਜੀਤ ਸਿੰਘ ਦੇ ਦੂਜੇ ਪੁੱਤ ਕਿਉਂ ਮਰਵਾਏ ਨੇ। ਇਸ ਤੋਂ ਦੁਬਾਰਾ ਕਿਹਾ ਜਾਂਦਾ ਕਿ ਮਹਾਰਾਣੀ ਜਿੰਦਾ ਨੇ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਆਪਣੀ ਫੌਜ ਨੂੰ ਅੰਗਰੇਜ਼ਾਂ ਵੱਲ ਭੇਜਿਆ, ਤੇ 2 ਸਿੱਖ ਵੋਰ ਹੋਏ। ਮੈਂ ਹੁਣ ਸਿੱਖ ਵੋਰ ਦੇ ਬਾਰੇ ਜ਼ਿਆਦਾ ਨਹੀਂ ਗੱਲ ਕਰਾਂਗੀ ਬਿਕਾਜ਼ ਇਟਸ ਰੀਲੀ ਅ ਸਬਜੈਕਟ ਫॉर ਅ ਟਾਕ ਔਨ ਇਟਸ ਓਨ, ਬਟ ਨਤੀਜਾ ਹੋਇਆ ਕਿ ਸਿੱਖ ਜਿਹੜੀ ਆਰਮੀ ਹੈ ਉਹ ਹਾਰ ਗਈ, ਉਹ ਜਿਹੜੀ ਲਾਹੌਰ ਦਰਬਾਰ ਆਰਮੀ ਹਾਰ ਗਈ, ਤੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਨਿਕਾਲਿਆ ਗਿਆ। ਉਹਨੂੰ ਇਹ ਦੱਸਿਆ ਗਿਆ ਸੀ ਕਿ ਜਿਹੜੀ ਟਾਈਟਲ ਹੈ ਮਹਾਰਾਜਾ ਦਾ ਉਹ ਰੱਖ ਸਕਦਾ, ਬਟ ਉਹਨੂੰ ਸਾਈਨ ਕਰਨਾ ਪਿਆ ਸੀ ਕਿ ਜੋ ਮੈਂ ਤੇ ਮੇਰੇ ਆਉਣ ਵਾਲੀ ਨਸਲਾਂ ਕਦੀ ਰਾਜ ਤੇ ਕਦੀ ਕਲੇਮ ਨਹੀਂ ਕਰਾਂਗੇ। ਤੇ ਉਸ ਦੇ ਵਾਸਤੇ ਉਹਨੂੰ ਇੱਕ ਪੈਨਸ਼ਨ ਮਿਲੀ ਗਈ ਸੀ ਜੋ 40 ਤੇ 50 ਹਜ਼ਾਰ ਦੇ ਵਿੱਚ ਉਹਨੂੰ ਦਿੱਤੀ ਜਾਏਗੀ ਫॉर द ਰੈਸਟ ਆਫ ਹਿਸ ਲਾਈਫ। ਸੋ ਉਸ ਤੋਂ ਮਹਾਰਾਜਾ ਦਲੀਪ ਸਿੰਘ ਨੂੰ ਯੂਪੀ ਲੈ ਕੇ ਇੱਕ ਜਗ੍ਹਾ ਸੀ ਫਤਿਹਗੜ੍ਹ ਕੰਟੈਨਮੈਂਟ, ਜਿੱਥੇ ਅੰਗਰੇਜ਼ਾਂ ਦੇ ਬੱਚੇ ਤੇ ਅੰਗਰੇਜ਼ਾਂ ਦੀਆਂ ਬੀਵੀਆਂ ਰਹਿੰਦੀਆਂ ਸਨ, ਤੇ ਉੱਥੇ ਉਹਨੂੰ ਇੱਕ ਬਿਲਕੁਲ ਇੰਗਲਿਸ਼ ਕਹਿ ਲਓ ਅੰਗਰੇਜ਼ੀ ਜੈਂਟਲਮੈਨ ਵਾਂਗੂ ਉਹਦੀ ਐਜੂਕੇਸ਼ਨ ਤੇ ਉਹਦੀ ਅਪਬ੍ਰਿੰਗਿੰਗ ਸ਼ੁਰੂ ਕੀਤੀ ਗਈ। ਉੱਥੇ ਉਹਨੂੰ ਬਾਈਬਲ ਦਾ ਵੀ ਉਹਨੂੰ ਇੰਟਰੋਡਕਸ਼ਨ ਕਰਾਇਆ ਗਿਆ, ਤੇ ਉਹਨੂੰ ਜਨਰਲੀ ਸ਼ੌਂਕ ਪੈਦਾ ਹੋ ਗਿਆ ਕਿ ਮੈਂ ਬਾਈਬਲ ਬਾਰੇ ਪੜ੍ਹਾਂ, ਤੇ ਸਾਰੇ ਉਹਦੇ ਆਸ-ਪਾਸ ਅੰਗਰੇਜ਼ ਹੀ ਸਨ। ਉਸ ਵੇਲੇ ਕੋਈ ਪੰਜਾਬੀ ਮਹਾਰਾਜਾ ਦਲੀਪ ਸਿੰਘ ਦੇ ਨਾਲ ਗਿਆ ਨਹੀਂ, ਤੇ ਜੋ ਉਹਦਾ ਜਿਹੜਾ ਵਾਰਡਨ ਵੀ ਸੀ ਉਹਨੇ ਵੀ ਉਹਨੂੰ ਕਿਹਾ ਕਿ ਸਿੱਖਾਂ ਨੂੰ ਕਿਹਾ ਕਿ ਕੋਈ ਉਹਦੇ ਨਾਲ ਵੀ ਜਾਵੇ, ਕਿਉਂਕਿ ਅਸੀਂ ਉਹਦੀ ਪੜ੍ਹਾਈ ਨਹੀਂ, ਅਸੀਂ ਉਹਦੀ ਜਿਹੜੀ ਧਾਰਮਿਕ ਪੜ੍ਹਾਈ ਉਹਦੀ ਰਿਲੀਜੀਅਸ ਪੜ੍ਹਾਈ ਹੈ ਉਹ ਨਹੀਂ ਕਰ ਸਕੇ, ਤੇ ਤੁਹਾਨੂੰ ਆਉਣਾ ਪੈਣਾ। ਤੇ ਉਸ ਵੇਲੇ ਕੋਈ ਵੀ ਸਰਦਾਰ ਖਲੋਤਾ ਨਹੀਂ ਉਹਦੇ ਨਾਲ ਜਾਣ ਵਾਸਤੇ। ਸੋ ਉੱਥੇ ਹੀ ਉਹਨੇ ਕ੍ਰਿਸਚੀਅਨਿਟੀ ਅਡਾਪਟ ਕਰ ਲਈ, ਤੇ ਉਹਨੇ ਰਿਕੁਐਸਟ ਕੀਤੀ ਉਸ ਵੇਲੇ ਦਾ ਜੋ ਕੀ ਕਹ ਲੋ ਗਵਰਨਰ ਜਨਰਲ ਸੀ, ਹੁਣ ਅਸੀਂ ਵਾਇਸਰੋਏ ਕਹਿੰਦੇ ਹਾਂ, ਲਾਰਡ ਹਾਲਜ਼ੀ ਨੂੰ, ਕਿ ਮੈਂ ਇੰਗਲੈਂਡ ਜਾਣਾ ਚਾਹੁੰਦਾ ਪੜ੍ਹਾਈ ਵਾਸਤੇ। ਉਹ ਚਾਹੁੰਦਾ ਸੀ ਕਿ ਇੰਗਲੈਂਡ ਜਾਵੇ, ਇੱਥੇ ਕੋਈ ਯੂਨੀਵਰਸਿਟੀ ਜਾ ਕੇ ਪੜ੍ਹੇ ਇੰਗਲੈਂਡ ਦੇ ਵਿੱਚ। ਸੋ 1854 ਦੇ ਵਿੱਚ ਉਹ ਲੰਡਨ ਆਇਆ, ਉਹਨੂੰ ਪਰਮਿਸ਼ਨ ਮਿਲੀ ਪੜ੍ਹਾਈ ਵਾਸਤੇ। ਪਰ ਜਦੋਂ ਉੱਥੇ ਪਹੁੰਚਿਆ ਉਹਨੂੰ ਪਤਾ ਲੱਗਿਆ ਕਿ ਉਹ ਅੰਗਰੇਜ਼ ਉਹਨੂੰ ਦੱਸਦੇ ਨੇ ਕਿ ਤੂੰ ਇੱਥੇ ਕੋਈ ਯੂਨੀਵਰਸਿਟੀ ਵਿੱਚ ਪੜ੍ਹ ਨਹੀਂ ਸਕਦਾ। ਪਹਿਲਾ ਰੀਜ਼ਨ ਦਿੱਤਾ ਜਾਂਦਾ ਉਹਨੂੰ ਕਿ ਇੱਥੇ ਕੋਈ ਯੂਨੀਵਰਸਿਟੀ ਨਹੀਂ ਹੈਗੀ ਜਿੱਥੇ ਕੋਈ ਨਾਨ ਵਾਈਟ ਪਰਸਨ ਪੜ੍ਹ ਸਕੇ। That was the first reason. Second one, ਉਹ ਕਹਿੰਦੇ ਨੇ ਕਿ ਉਹ ਡਰਦੇ ਸਨ ਕਿ ਸ਼ਾਇਦ ਜਿਹੜੇ ਦੂਜੇ ਮੁੰਡੇ ਨੇ ਸਕੂਲ ਦੇ ਯੂਨੀਵਰਸਿਟੀ ਦੇ ਮੁੰਡੇ ਉਹ ਸ਼ਾਇਦ ਉਹਨੂੰ ਕੁੱਟਣ ਉਹਦੇ ਰੰਗ ਕਰਕੇ।
ਸੋ ਉਹਦਾ ਰਜਿਸਟਰ ਸੈਰਬਨ ਵਿੱਚ ਆ ਗਿਆ। ਸੋ ਦਲੀਪ ਸਿੰਘ ਕਾਫੀ ਡਿਸਹਾਰਟਨ ਹੋਇਆ ਬਿਕਾਜ਼ ਉਸ ਵਜ੍ਹਾ ਤੇ ਉਹ ਇੰਗਲੈਂਡ ਆਇਆ ਸੀ ਪੜ੍ਹਨ ਵਾਸਤੇ, ਪਰ ਹੁਣ ਉਹਨੂੰ ਦੱਸਿਆ ਜਾਂਦਾ ਕਿ ਉਹ ਤੂੰ ਵਾਪਸ ਨਹੀਂ ਜਾ ਸਕਦਾ। ਸੋ ਬੇਸਿਕਲੀ ਉਹਨੂੰ ਅਨਅਫੀਸ਼ੀਅਲੀ ਉਹਨੂੰ ਐਕਸਾਈਲ ਕੀਤਾ ਗਿਆ। ਸੋ ਉਹ ਇੱਥੇ ਹੀ ਰਹਿ ਗਿਆ। ਉਹਦੇ ਵਾਸਤੇ ਉਹਨਾਂ ਨੇ ਇੱਕ ਘਰ ਖਰੀਦਿਆ। ਉਸ ਵੇਲੇ ਸਿਰਫ 15 ਸਾਲ ਦਾ ਸੀ। ਉਹਦੇ ਵਾਸਤੇ ਇੱਕ ਘਰ ਲਿਆ ਇੱਕ ਕਿਰਾਏ ਤੇ। ਫਿਰ ਉਹਨੇ ਆਪਣੇ ਵਾਸਤੇ ਇੱਕ ਘਰ ਖਰੀਦਿਆ ਜਿੱਥੇ ਮੈਂ ਵਿਜ਼ਿਟ ਕੀਤਾ ਸੀ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸਾਂ। ਉਹਨੂੰ ਫਿਰ ਪਤਾ ਲੱਗਦਾ ਕਿ ਉਹਦੀ ਜਿਹੜੀ ਮਾਂ ਹੈ ਜੋ ਸਿੱਖ ਫੌਜ ਦੇ ਬਾਅਦ ਅੰਗਰੇਜ਼ਾਂ ਨੇ ਅਰੈਸਟ ਕੀਤੀ ਸੀ, ਉਹ ਅੰਗਰੇਜ਼ਾਂ ਦੀ ਜੇਲ੍ਹ ਚੋਂ ਭੱਜ ਕੇ ਨੇਪਾਲ ਪਹੁੰਚ ਗਈ। ਤੇ ਉਹਨੇ ਇੱਕ ਚਿੱਠੀ ਲਿਖੀ ਆਪਣੀ ਮਾਂ ਨੂੰ। ਉਸ ਵੇਲੇ ਦਾ ਇੱਕ ਹਿੰਦੁਸਤਾਨੀ ਆਇਆ ਸੀ ਜੋ ਬੈਂਕਰ ਸੀ, ਤੇ ਉਹ ਵਾਪਸ ਹਿੰਦੁਸਤਾਨ ਜਾ ਰਿਹਾ ਸੀ। ਤੇ ਮਹਾਰਾਜਾ ਦਲੀਪ ਸਿੰਘ ਨੂੰ ਚਿੱਠੀ ਦਿੱਤੀ ਕਿ ਇਹ ਮੇਰੇ ਮਾਂ ਨੂੰ ਪਹੁੰਚਾ ਦੇਈਂ। ਉਹ ਚਿੱਠੀ ਅੰਗਰੇਜ਼ਾਂ ਨੇ ਇੰਟਰਸੈਪਟ ਕੀਤੀ, ਇੰਟੈਲੀਜੈਂਸ ਸਰਵਿਸਿਜ਼ ਨੇ। ਫਿਰ ਉਹਨੇ ਸੋਚਿਆ ਕਿ ਮਹਾਰਾਣੀ ਜਿੰਦਾ ਹੋਣ ਬਜ਼ੁਰਗ ਹੋ ਗਈ ਹੈ, ਅੱਧੀ ਆਨੀ ਵੀ ਹੋ ਗਈ ਸੀ, ਤੇ ਇਹ ਹੁਣ ਸਾਡੇ ਵਾਸਤੇ ਕੋਈ ਥ੍ਰੈਟ ਨਹੀਂ ਹੈਗੀ, ਤੇ ਚਲੋ ਅਸੀਂ ਮਾਂ ਪੁੱਤ ਨੂੰ ਮਿਲਾ ਦਿੰਦੇ ਹਾਂ ਜੀ। ਸੋ ਦਲੀਪ ਸਿੰਘ ਨੂੰ ਪਰਮਿਸ਼ਨ ਦਿੱਤੀ ਕਿ ਉਹ ਇੰਡੀਆ ਜਾ ਸਕੇ, ਬਟ ਉਹ ਫਿਰ ਵੀ ਉਹਨੇ ਕਿਹਾ ਤੂੰ ਪੰਜਾਬ ਨਹੀਂ ਜਾ ਸਕਦਾ, ਤੇ ਕਲਕੱਤੇ ਆਪਣੀ ਮਾਂ ਨੂੰ ਮਿਲ ਸਕਣਾ। ਸੋ ਨੇਪਾਲ ਤੋਂ ਮਹਾਰਾਣੀ ਜਿੰਦਾ ਆਈ ਕਲਕੱਤੇ, ਤੇ ਲੰਡਨ ਤੋਂ ਦਲੀਪ ਸਿੰਘ ਗਿਆ ਕਲਕੱਤੇ। ਉੱਥੇ ਕਲਕੱਤੇ ਵਿੱਚ 13 ਸਾਲ ਬਾਅਦ ਮਾਂ ਪੁੱਤ ਮਿਲੇ। ਤੇ ਕਿਹਾ ਜਾਂਦਾ ਹੈ ਕਿ ਜਦੋਂ ਜਿੰਦਾ ਆਪਣੇ ਪੁੱਤ ਨੂੰ ਮਿਲੀ ਤਾਂ ਉਹਨੇ ਆਪਣਾ ਹੱਥ ਉਹਦੇ ਸਿਰ ਤੇ ਉੱਤੇ ਰੱਖਿਆ, ਤੇ ਉਹਨੇ ਵੇਖਿਆ ਉਹਦੇ ਕੇਸ ਹੀ ਨਹੀਂ ਸਨ। ਤੇ ਉਹਨੂੰ ਫਿਰ ਦੱਸਿਆ ਗਿਆ ਕਿ ਤੂੰ ਤੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਪੁੱਤ ਸੀ, ਤੇ ਤੇਰੀ ਹਾਲਤ ਹੈ ਤੂੰ ਤੇ ਅੰਗਰੇਜ਼ ਬਣ ਗਿਆ। ਤੇ ਉਹਨੂੰ ਬਹੁਤ ਸ਼ਰਮਿੰਦਗੀ ਹੋਈ ਉਸ ਵੇਲੇ। ਐਟ ਦ ਸੇਮ ਟਾਈਮ ਸਿੱਖ ਆਰਮੀ ਸੀ, ਉਹ ਹੁਣ ਅੰਗਰੇਜ਼ ਆਰਮੀ ਦੇ ਵਿੱਚ ਜੁਆਇਨ ਹੋ ਗਈ ਸੀ। ਸੋ ਬ੍ਰਿਟਿਸ਼ ਇੰਡੀਅਨ ਆਰਮੀ ਉਸ ਵੇਲੇ ਕਿਹਾ ਜਾਂਦਾ ਸੀ। ਤੇ ਉਹ ਚਾਈਨਾ ਵਾਰ ਤੋਂ ਵਾਪਸ ਆ ਰਹੇ ਸਨ, ਤੇ ਉਹਨਾਂ ਨੂੰ ਪਤਾ ਲੱਗਿਆ ਕਿ ਮਹਾਰਾਜਾ ਦਲੀਪ ਸਿੰਘ ਕਲਕੱਤੇ ਆਏ ਨੇ। ਉਸ ਰਾਹੀਂ ਵਾਪਸ ਜਾ ਰਹੇ ਸਨ ਪੰਜਾਬ ਵੱਲ, ਤੇ ਉਹ ਕਈ ਹਜ਼ਾਰ ਫੌਜ ਕਲਕੱਤੇ ਦੇ ਹੋਟਲ ਦੇ ਬਾਹਰ ਖਲੋ ਗਈ। ਮਹਾਰਾਜਾ ਦਲੀਪ ਸਿੰਘ ਦੇ ਨਾਂ ਦੇ ਨਾਰੇ ਲਾ ਲੱਗ ਪਏ। ਅੰਗਰੇਜ਼ਾਂ ਨੂੰ ਥੋੜਾ ਡਰ ਪੈਦਾ ਹੋ ਗਿਆ ਕਿ ਇੱਥੇ ਤੇ ਰਣਜੀਤ ਸਿੰਘ ਦੇ ਪੁੱਤ ਕਰਕੇ ਸਾਰੇ ਬਗਾਵਤ ਨਾ ਕਰ ਜਾਣ, ਤੇ ਦਲੀਪ ਸਿੰਘ ਨੂੰ ਕਿਹਾ ਕਿ ਤੂੰ ਜਲਦ ਤੋਂ ਜਲਦੀ ਇੰਗਲੈਂਡ ਵਾਪਸ ਜਾ, ਤੇ ਜੇ ਤੂੰ ਚਾਹੁੰਦਾ ਤੂੰ ਆਪਣੀ ਮਾਂ ਨੂੰ ਵੀ ਲੈ ਜਾ। ਹਾਂਜੀ, ਇੱਥੇ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਾਂਗਾ ਕਿਉਂਕਿ ਸਾਡਾ ਟਾਈਮ ਥੋੜਾ ਹੈ। ਡਾਕਟਰ ਅਨਵਾਰ ਸਾਹਿਬ ਨੇ ਤੇ ਉਰਦੂ ਚ ਦਬਕਾ ਮਾਰ ਲਿਆ ਸੀ ਸ਼ਾਹ ਸਾਹਿਬ ਨੂੰ, ਗੱਲ ਦੇਸੀ ਕੀਤੀ ਪਰ ਦਬਕਾ ਉਰਦੂ ਚ ਮਾਰਿਆ ਤੇ ਅਸੀਂ ਉਹ ਵੀ ਨਹੀਂ ਮਾਰ ਸਕਦੇ। ਸੋ ਅਸੀਂ ਅੱਗੇ ਆਪਣਾ ਮੈਂ ਦੂਜਾ ਸਵਾਲ ਤੁਹਾਡੇ ਨਾਲ ਰੱਖਾਂਗਾ ਕਿ ਮੈਨੂੰ ਜਦੋਂ ਮੈਂ ਤੁਹਾਡੀ ਬੁੱਕ ਵੀ ਪੜ੍ਹੀ ਔਰ ਅਸੀਂ ਡਿਸਕਸ ਬਹੁਤ ਸਾਰੀ ਗੱਲਬਾਤ ਵੀ ਕੀਤੀ, ਉਹਦੇ ਵਿੱਚ ਇੱਕ ਗੱਲ ਜਿਹੜੀ ਮੈਨੂੰ ਮੇਰੇ ਖਿਆਲ ਦੇ ਵਿੱਚ ਬੜੀ ਜ਼ਿਆਦਾ ਅਹਿਮ ਹੈ, ਉਹ ਇਹ ਕਿ ਮਹਾਰਾਜਾ ਦਲੀਪ ਸਿੰਘ ਨੂੰ ਜਿੰਨੀ ਵਾਰੀ ਵੀ ਉਹ ਪੰਜਾਬ ਆਉਣ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਬਾਰ-ਬਾਰ ਡੱਕਿਆ ਕਿਉਂ ਜਾਂਦਾ? ਤੁਹਾਡੀ ਰਿਸਰਚ ਇਹਦੇ ਬਾਰੇ ਕੀ ਕਹਿੰਦੀ ਹੈ? ਵੇਖੋ, ਪੰਜਾਬ ਨੂੰ ਜਦੋਂ ਐਨੈਕਸ ਕੀਤਾ ਗਿਆ ਬਹੁਤ ਅੰਡਰਹੈਂਡਮੈਨ ਸੀ, ਪਰ ਜੋ ਪਿੱਛੋਂ ਉਹਨਾਂ ਨੇ ਪੰਜਾਬ ਲਿਆ, ਬਿਕਾਜ਼ ਉਹ ਸਿਰਫ ਉਸ ਵੇਲੇ ਜਦੋਂ ਪੰਜਾਬ ਐਨੈਕਸ ਕੀਤਾ 1849 ਦੇ ਵਿੱਚ, ਉਹ ਸਿਰਫ 11 ਸਾਲ ਦਾ ਸੀ, ਤੇ ਉਹਦੇ ਜਿਹੜੇ ਵਜ਼ੀਰ ਸਨ ਉਹਨਾਂ ਨੇ ਸਾਈਨ ਕੀਤੇ ਸਨ ਉਹਦੇ ਬਿਹਾਫ ਦੇ ਉੱਤੇ, ਤੇ ਪਤਾ ਨਹੀਂ ਉਹ ਵਜ਼ੀਰਾਂ ਨੂੰ ਉਸ ਵੇਲੇ ਕੀ ਜਗੀਰਾਂ ਮਿਲੀਆਂ, ਕੀ ਪੈਨਸ਼ਨਸ ਮਿਲੇ ਗੋਰੇ ਵੱਲੋਂ। ਸੋ ਉਹਨਾਂ ਨੂੰ ਪਤਾ ਸੀ ਕਿ ਜੇ ਦਲੀਪ ਸਿੰਘ ਵਾਪਸ ਪੰਜਾਬ ਆ ਗਿਆ, ਸ਼ਾਇਦ ਬਿਕਾਜ਼ ਉਹ ਰਣਜੀਤ ਸਿੰਘ ਦਾ ਉਹ ਸੇਮ ਬਲੱਡ ਲਾਈਨ ਹੈ, ਤੇ ਉਹਦੇ ਕਰਕੇ ਜੋ ਪੰਜਾਬੀ ਹੈ ਉਹ ਬਗਾਵਤ ਨਾ ਕਰਨਾ ਚਾਹੁੰਦੇ, ਇਸ ਲਈ ਉਹ ਹਮੇਸ਼ਾ ਉਹਨਾਂ ਵਾਸਤੇ ਥ੍ਰੈਟ ਰਹਿੰਦਾ ਸੀ ਕਿ ਉਹਨੂੰ ਵੀ ਤੇ ਉਹਦੇ ਬੱਚਿਆਂ ਨੂੰ ਵੀ ਰੋਕਿਆ ਜਾਂਦਾ ਸੀ, ਉਹ ਕਦੀ ਪੰਜਾਬ ਨਹੀਂ ਆ ਸਕਦੇ। ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਵੇਲਾ ਸਾਡੇ ਕੋਲ ਥੋੜਾ ਸੀ ਗੱਲਬਾਤ ਦਾ, ਤੇ ਇੱਥੇ ਅਸੀਂ ਗੱਲ ਮੁਕਾਉਣ ਵੱਲ ਵਧਦੇ ਹਾਂ ਕਿ ਜਦੋਂ ਅਸੀਂ ਆਪਣੀ ਤਾਰੀਖ ਦੀ ਗੱਲ ਕਰਨੇ ਹਾਂ, ਤੇ ਉਸ ਵੇਲੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਕਿ ਸਾਨੂੰ ਆਪਣੇ ਰਾਜਿਆਂ ਮਹਾਰਾਜਿਆਂ ਦੀ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਦੂਜਿਆਂ ਦੀ ਅੱਖ ਨਾਲ ਉਹਨੂੰ ਵੇਖਣ ਦੀ ਕੋਸ਼ਿਸ਼ ਕਰਨੇ ਹਾਂ। ਸਾਡੇ ਪਿੰਡ ਵਿੱਚ ਜਦੋਂ ਪੰਚਾਇਤ ਲੱਗਦੀ ਹੈ ਤੇ ਪੰਚਾਇਤ ਦੇ ਚੇਅਰਮੈਨ ਵਾਸਤੇ ਵੱਖਰੀ ਕੁਰਸੀ ਨਹੀਂ ਡਾਈ ਜਾਂਦੀ, ਸਗੋਂ ਇੱਕੋ ਥਾਂ ਮੰਜੀਆਂ ਤੇ ਬਹਿ ਕੇ ਤੇ ਗੱਲਬਾਤ ਕਰ ਲਈ ਜਾਂਦੀ ਸੀ। ਗੱਲ ਇੱਥੇ ਤੱਕ ਜਦੋਂ ਪਹੁੰਚੀ ਕਿ ਜਦੋਂ 47 ਹੋ ਗਿਆ, ਅਸੀਂ ਵੱਖੋ ਵੱਖ ਹੋ ਗਏ ਹਾਂ, ਤੇ ਅੱਜ ਵੀ ਅਸੀਂ ਉਸੇ ਹੀ ਕਲੋਨੀਅਲ ਸੈਟਅਪ ਨੂੰ ਲੈ ਕੇ ਚੱਲਦਿਆਂ ਹੋਇਆਂ ਟੁਰ ਰਹੇ ਹਾਂ ਕਿ ਅੱਜ ਤੱਕ ਵੀ ਸਾਡੇ ਜਿਹੜੇ ਵਜ਼ੀਰ ਆਜ਼ਮ ਬਣਨ ਨੂੰ ਆਕਸਫੋਰਡ ਦੇ ਪੜ੍ਹੇ ਹੋਣ ਤੇ ਤਾਂ ਤਾਰੀਫ ਹੁੰਦੀ ਹੈ। ਤੇ ਦੂਜੀ ਗੱਲ ਇੱਥੇ ਬੜੀ ਅਹਿਮ ਹੈ ਕਿ ਜਦੋਂ ਅਸੀਂ ਤਾਰੀਖ ਨੂੰ ਕਹਿੰਦੇ ਹਾਂ ਕਿ ਇਹਨੂੰ ਤਾਰੀਖ ਨੂੰ ਖੋਲਿਆ ਜਾਏ, ਤਾਰੀਖ ਨੂੰ ਪੜ੍ਹਿਆ ਜਾਏ, ਇਹਨੂੰ ਡੀਕੋਲੋਨਾਈਜ਼ ਕੀਤਾ ਜਾਏ, ਇਹਨੂੰ ਡੀਕਨਸਟਰਕਟ ਕੀਤਾ ਜਾਏ, ਇਹਨੂੰ ਮੁੜ ਤੋਂ ਇਹਦੀ ਉਸਾਰੀ ਹੋਣੀ ਚਾਹੀਦੀ ਹੈ। ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੋਏ ਅੱਗੇ ਵਧਦੇ ਹਾਂ, ਤੇ ਇੰਝ ਸਾਨੂੰ ਲੱਗਦਾ ਹੈ ਕਿ ਜਦੋਂ
ਫਰਾਂਸ ਦੇ ਤਾਰੀਖਦਾਨ ਵੀ ਤਾਰੀਖ ਨੂੰ ਇਕੱਠਿਆ ਕਰ ਰਹੇ ਸਨ ਤੇ ਉਹਨਾਂ ਦੇ ਸਾਹਮਣੇ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਢੇਰੀਆਂ ਬਣਾ ਕੇ ਰੱਖੇ ਗਏ ਕਿ ਨਹੀਂ, ਨੋ ਡਾਕੂਮੈਂਟਸ ਨੋ ਹਿਸਟਰੀ, ਸੋ ਔਰਲ ਹਿਸਟਰੀ ਐਗਜ਼ਿਸਟ ਹੀ ਨਹੀਂ ਕਰਦੀ। ਤੇ ਉੱਥੇ ਉਹਨਾਂ ਨੇ ਜਦੋਂ ਐਨਲੈਸ ਸਕੂਲ ਆਫ ਥਾਟ ਬਣਾਇਆ ਤੇ ਉਹਨਾਂ ਇਹ ਦੱਸਿਆ ਕਿ ਤਾਰੀਖ ਦਾ ਅਗਰ ਤੇ ਤੁਸੀਂ ਤਾਰੀਖ ਬਾਦਸ਼ਾਹਾਂ ਤੇ ਰਾਜਿਆਂ ਦੀ ਲਿਖਣੀ ਹੈ ਤੇ ਫਿਰ ਤੇ ਤੁਸੀਂ ਡਾਕੂਮੈਂਟ ਤੇ ਚੱਲੋਗੇ, ਔਰ ਉਹ ਵੀ ਡਾਕੂਮੈਂਟ ਜਿਹੜਾ ਗਵਰਨਮੈਂਟ ਨੇ ਆਪ ਹੀ ਲਿਖ ਕੇ ਦਿੱਤਾ ਹੋਏਗਾ। ਤੇ ਜਦੋਂ ਉਹਨਾਂ ਨੇ ਇਸ ਪੂਰੇ ਜਿਹੜਾ ਬਿਆਨੀਆਂ ਸੀ ਉਹਨੂੰ ਆਪਣੇ ਤੋਂ ਲਾਇਆ ਤੇ ਫਿਰ ਉਹਨਾਂ ਨੇ ਗੁੱਸੇ ਦੀ ਤਾਰੀਖ ਵੀ ਲਿਖੀ, ਇਮੋਸ਼ਨ ਹਿਸਟਰੀ ਵੀ ਲਿਖੀ, ਔਰ ਤਾਰੀਖ ਇੱਕ ਵੱਡਾ ਸਬਜੈਕਟ ਹੈ। ਤੇ ਇੱਥੇ ਜਦੋਂ ਅਸੀਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਅਸੀਂ ਇੱਥੇ ਤਾਰੀਖ ਨੂੰ ਤੇ ਕੀ ਆਜ਼ਾਦ ਕਰਵਾਉਣਾ ਸੀ ਜਾਂ ਕੀ ਡੀਕਨਸਟਰਕਟ ਕਰਨਾ ਸੀ, ਤੇ ਮੈਂ ਇਸ ਧਰਤੀ ਦੇ ਉੱਤੇ ਵਸਣ ਵਾਲੇ ਲੋਕਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਦੁਨੀਆ ਦੇ ਵਿੱਚ ਇਹ ਵਾਹਦ ਧਰਤੀ ਹੈ ਕਿ ਜਿੱਥੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਥੇ ਤਾਂ ਜਿਹੜੇ ਬਾਹਰੋਂ ਆਉਣ ਵਾਲੇ ਲੋਕ ਸਨ ਉਹਨਾਂ ਦੇ ਖਿਲਾਫ ਸੱਪਾਂ ਨੇ ਲੜਿਆ, ਉਹਨਾਂ ਦੇ ਖਿਲਾਫ ਮੱਝਾਂ ਨੇ ਲੜਿਆ, ਉਹਨਾਂ ਦੇ ਖਿਲਾਫ ਇੱਥੇ ਔਰਤਾਂ ਨੇ ਲੜਿਆ, ਉਹਨਾਂ ਦੇ ਖਿਲਾਫ ਇੱਥੇ ਦੇ ਜਵਾਨਾਂ ਨੇ ਲੜਿਆ, ਔਰ ਉਹਨਾਂ ਦੇ ਖਿਲਾਫ ਇੱਥੇ ਦੇ 80 ਸਾਲਾ ਰਾਏ ਅਹਿਮਦ ਖਾਨ ਨੇ ਲੜਿਆ। ਪਰ ਉੱਥੇ ਇੱਕ ਨਾ ਅਸੀਂ ਭੁੱਲ ਜਾਂਦੇ ਆ ਕਿ ਇੱਥੇ ਇੱਕ ਦਰਖਤ ਵੀ ਲੜਿਆ, ਉਹ ਦਰਖਤ ਬੋੜ ਦਾ ਬੂਟਾ ਅੱਜ ਵੀ ਲੰਡੀ ਕੋਤਲ ਦੇ ਜ਼ਿਲ੍ਹਾ ਖੈਬਰ ਰਾਈਫਲਸ ਮੈਸ ਹੈ ਉਹਦੇ ਵਿੱਚ ਮੌਜੂਦ ਹੈ। 1898 ਦੇ ਵਿੱਚ ਜੇਮਸ ਸਕੁਆਇਡ ਨਾਮ ਦਾ ਇੱਕ ਫੌਜੀ ਜਰਨੈਲ ਜਿਹੜਾ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ ਤੇ ਉਹਨੂੰ ਲੱਗੇ ਕਿ ਇਹ ਬੋੜ ਦਾ ਦਰਖਤ ਮੈਨੂੰ ਮਾਰ ਦੇਗਾ ਤੇ ਮੇਰੇ ਵੱਲ ਟੋਇਆ ਹੁੰਦਾ ਹੈ। ਤੇ ਉਸ ਪਤਾ ਕੀ ਕੀਤਾ, ਉਸ ਇਹ ਕੀਤਾ ਕਿ ਉਹਨੇ ਆਪਣੇ ਫੌਜੀਆਂ ਨੂੰ ਆਵਾਜ਼ ਦਿੱਤੀ ਔਰ ਆਖਿਆ ਕਿ ਇਹਨੂੰ ਅਰੈਸਟ ਕਰੋ, ਔਰ ਉਹਦੇ ਕਹਿਣ ਤੇ ਸਾਡਾ ਉਹ ਆਜ਼ਾਦੀ ਦਾ ਉਹ ਫਰੀडम ਫਾਈਟਰ ਆਜ਼ਾਦੀ ਲੈਣ ਵਾਲਾ ਰੁੱਖ ਬੋੜ ਦਾ ਰੁੱਖ ਨੂੰ ਜ਼ੰਜੀਰਾਂ ਪਾ ਕੇ ਅਰੈਸਟ ਕਰ ਦਿੱਤਾ। ਔਰ ਇੱਥੇ ਤੱਕ ਉਹ ਨਹੀਂ ਖਲੋਤਾ, ਉਹਨੇ ਆਖਿਆ ਕਿ ਗਾਲੇ 'ਚ ਬੋਰਡ ਪਾਓ ਜਿਹਦੇ ਉੱਤੇ ਲਿਖਿਆ ਹੋਇਆ ਕਿ ਆਈ ਐਮ ਅੰਡਰ ਅਰੈਸਟ, ਉਹਦੇ ਗਲ ਵੀ ਪਾ ਦਿੱਤਾ ਗਿਆ। ਅੱਜ 130 ਵਰੇ ਲੰਘਣ ਦੇ ਬਾਅਦ ਵੀ ਤੁਸੀਂ ਉਹ ਦਰਖਤ ਨੂੰ ਉਹਨਾਂ ਜ਼ੰਜੀਰਾਂ 'ਚ ਹੀ ਵੇਖ ਸਕਦੇ ਹੋ, ਉਹਨੂੰ ਆਜ਼ਾਦ ਨਹੀਂ ਕੀਤਾ ਗਿਆ ਤੇ ਅਸੀਂ ਅੱਜ ਆਜ਼ਾਦ ਤਾਰੀਖ ਦੀ ਗੱਲ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ।